ਦਕ ਨਿਤ ਕਪਟ ਰਚੰਤਾ। ਹੁਣ ਜਦੋਂ ਵੀ ਉਸ ਦਰਬਾਰ ਦੇ ਵਿੱਚ ਜਿੱਥੇ ਬਾਦਸ਼ਾਹ ਦਾ ਪੜਾਉ ਹੈ, ਕੋਈ ਗੱਲ ਚੱਲਦੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਬਾਹਰ ਆਉਣ ਦੀ, ਜਿਹੜੇ ਬਾਕੀ ਲੋਕ ਚਾਪਲੂਸੀ ਕਰਨ ਵਾਲੇ ਬਾਦਸ਼ਾਹ ਦੇ ਨੇੜੇ ਆ, ਉਹ ਲੋਕ ਉਸੇ ਵੇਲੇ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਹੀ ਰਹਿਣ ਦਿਓ। ਉੱਥੇ ਹੀ ਖੁਦਾ ਖੁਦਾ ਜਪਣਗੇ, ਉੱਥੇ ਹੀ ਅੱਲਾ ਅੱਲਾ ਜਪਣਗੇ। ਇਹਦੇ ਨਾਲ ਹੀ ਤੁਹਾਡਾ ਭਲਾ ਹੈ, ਜਿਹਦੇ ਨਾਲ ਤੁਹਾਡੀ ਸਾੜ ਸਤੀ ਸਿਰ ਤੋਂ ਟਲ ਜਾਏਗੀ। ਇਤਿਆਦਿਕ ਨਿਤ ਕਪਟ ਕਰਮਤਾ। ਇਸ ਤਰ੍ਹਾਂ ਦੇ ਕਈ ਜਿਹੜੇ ਛਲ ਕਪਟ ਆ, ਇਹ ਚੰਦੂ ਰੋਜ਼ਾਨਾ ਹੀ ਰਚੀ ਜਾਂਦਾ ਹੈ। ਮਹਾ ਦੁਸ਼ਟ ਅਗਨ ਹੀ ਲਕੰਤਾ। ਇਹ ਜਿਹੜਾ ਬਹੁਤ ਵੱਡਾ ਪਾਪੀ ਹੈ, ਪਾਪ ਕਰਨ ਤੋਂ ਰਤਾ ਵੀ ਟਲਦਾ ਨਹੀਂ ਹੈ। ਇਸੇ ਰੀਤ ਦਿਨ ਬੀਤੇ 40। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ 40 ਦਿਨ ਹੋ ਗਏ ਆ, 40 ਦਿਨ ਬਤੀਤ ਹੋ ਗਏ ਆ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਗਿਆ ਹੋਇਆ। ਨਹੀਂ ਬਾਦਸ਼ਾਹ ਕਬ ਕੀਨ ਸੰਭਾਲੀ। ਬਾਦਸ਼ਾਹ ਨੇ ਕੋਈ ਵੀ ਸੰਭਾਲ ਨਹੀਂ ਕੀਤੀ ਵੀ ਸਤਿਗੁਰੂ ਮਹਾਰਾਜ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਆ। ਉਹਨੇ ਸਤਿਗੁਰਾਂ ਦੀ ਬਾਬਤ ਕੋਈ ਵੀ ਖਬਰਸਾਰ ਨਹੀਂ ਲਈ ਹੈ। ਬੈਠ ਸਭਾ ਮਹਿ ਜ਼ਿਕਰ ਜੇ ਕਰਿਓ। ਜੇ ਕਿਤੇ ਬਾਦਸ਼ਾਹ ਦੀ ਸਭਾ ਲੱਗਦੀ ਹੈ, ਉਹਦੇ ਵਿੱਚ ਕੋਈ ਸਤਿਗੁਰੂ ਮਹਾਰਾਜ ਜੀ ਦੇ ਬਾਰੇ ਜ਼ਿਕਰ ਕਰਦਾ ਹੈ। ਕਹਿ ਕਰ ਉਮਰਾਵਨ ਸੁਹਰਿਓ। ਜਿਹੜੇ ਉਮਰਾਵਰ ਲੋਕ, ਜਿਨ੍ਹਾਂ ਨੂੰ ਬਾਦਸ਼ਾਹ ਦੇ ਸਲਾਹਕਾਰ, ਬੜੇ ਬੜੇ ਚੌਧਰੀ ਵਜ਼ੀਰ ਲੋਕ, ਤਾਂ ਉਹ ਜਿਹੜੇ ਲੋਕ ਹਨ, ਤੁਮਰੇ ਤਨ ਸੁਖ ਹੋਏ ਗੁਰ ਬੈਸੀ। ਉਹ ਕਹਿੰਦੇ ਨੇ ਵੇਖੋ ਬਾਦਸ਼ਾਹ, ਤੁਹਾਡਾ ਤਨ ਸੁਖੀ ਤਾਂ ਹੀ ਹੋਵੇਗਾ ਜੇ ਸਤਿਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਬਿਰਾਜਮਾਨ ਰਹਿੰਦੇ ਹਨ। ਤੁਹਾਡਾ ਤਨ ਸੁਖੀ ਤਾਂ ਹੀ ਹੋਵੇਗਾ। ਦੁਰਗ ਬਿਕੈ ਨਿਕ ਸਾਉ ਨ ਕੈਸੀ। ਤੇ ਸਤਿਗੁਰਾਂ ਨੂੰ ਉਸ ਕਿਲ੍ਹੇ ਵਿੱਚੋਂ ਬਾਹਰ ਨਾ ਕੱਢਿਓ। ਜਿਹੜੇ ਕੋਲ ਬੈਠੇ ਹੋਏ ਚੰਦੂ ਦੇ ਬੰਦੇ ਆ, ਜਿਹੜੇ ਇਹ ਸਲਾਹਕਾਰ ਜਾਂ ਚੌਧਰੀ ਲੋਕ, ਵੱਡੇ ਕਰਮਚਾਰੀ, ਬਾਦਸ਼ਾਹ ਨੂੰ ਇਹੀ ਸਲਾਹ ਦਿੰਦੇ ਹਨ। ਦਰਬ ਜਾਤ ਰਾਵਰ ਕੇ ਕਰਤੇ। ਤੇ ਇਸੇ ਤਰ੍ਹਾਂ ਕਹਿੰਦੇ ਨੇ ਕਿ ਵੇਖੋ ਜੀ ਬਾਦਸ਼ਾਹ ਜੀ, ਤੁਹਾਡੇ ਘਰ ਵਿੱਚੋਂ ਹੀ ਜੋ ਵੀ ਰਸਦ ਪਾਣੀ ਆ, ਉਸ ਗਵਾਲੀਅਰ ਦੇ ਕਿਲ੍ਹੇ ਵਿੱਚ ਸਤਿਗੁਰਾਂ ਦੇ ਪਾਸ ਜਾਂਦਾ ਹੈ। ਨਿਤ ਆਨੰਦ ਸੋ ਬੈਠਿਓ ਵਰਤੇ। ਫਿਰ ਕਹਿੰਦੇ ਨੇ ਸਤਿਗੁਰੂ ਜੀ ਤੇ ਆਨੰਦ ਦੇ ਨਾਲ ਉੱਥੇ ਕਿਲ੍ਹੇ ਵਿੱਚ ਬੈਠੇ ਹਨ। ਜਿਹੜਾ ਗਵਾਲੀਅਰ ਦਾ ਕਿਲ੍ਹਾ ਹੈ, ਮਹਾਰਾਜ ਤੇ ਉੱਥੇ ਬੈਠੇ ਆਨੰਦ ਲੈ ਰਹੇ ਹਨ। ਤੁਮਰੇ ਕੁਸ਼ਲ ਗੁਰੂ ਧਨ ਪਾਵੈ। ਤੁਹਾਡੇ ਦਿੱਤੇ ਹੋਏ ਮਾਇਆ ਧਨ ਦੇ ਕਾਰਨ ਹੀ ਤੇ ਸਤਿਗੁਰੂ ਜੀ ਸੁਖ ਪ੍ਰਾਪਤ ਕਰ ਰਹੇ ਆ। ਜਿਹੜੇ ਬਾਦਸ਼ਾਹ ਦੇ ਬੰਦੇ ਆ, ਬਾਦਸ਼ਾਹ ਦੀ ਇਸ ਢੰਗ ਦੇ ਨਾਲ ਚਾਪਲੂਸੀ ਕਰਦੇ ਹਨ। ਇਸ ਮਹਿ ਦੋਸ਼ ਨ ਕੁਛ ਬਣ ਆਵੈ। ਉਹ ਕਹਿੰਦੇ ਨੇ ਵੇਖੋ ਬਾਦਸ਼ਾਹ, ਤੁਹਾਨੂੰ ਕੋਈ ਦੋਸ਼ ਨਹੀਂ ਆ ਵੀ ਤੁਸੀਂ ਸਤਿਗੁਰੂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜਿਆ। ਇਹਦੇ ਵਿੱਚ ਤੁਹਾਡੇ ਉੱਤੇ ਦੋਸ਼ ਕੋਈ ਵੀ ਨਹੀਂ ਲੱਗਦਾ ਹੈ। ਐਮ ਫਰੇਬ ਕੀ ਕਹਿ ਬਾਤ। ਇਹਨਾਂ ਲੋਕਾਂ ਨੇ ਇਉਂ ਫਰੇਬ ਦੀਆਂ ਗੱਲਾਂ ਕੀਤੀਆਂ, ਵਲ ਛਲ ਵਾਲੀਆਂ ਜਿਹੜੀਆਂ ਗੱਲਾਂ ਨੇ, ਇਹਨਾਂ ਨੇ ਉਹੀ ਬਾਦਸ਼ਾਹ ਦੇ ਕੋਲ ਕੀਤੀਆਂ ਹਨ। ਜਹਾਂਗੀਰ ਕੀ ਮਤ ਵਿਚਲਾਤ। ਜਿਹੜਾ ਜਹਾਂਗੀਰ ਬਾਦਸ਼ਾਹ ਹੈ, ਉਹਦੀ ਮੱਤ ਹੀ ਫੇਰ ਦਿੰਦੇ ਆ। ਇਹ ਜਿੰਨੇ ਚੰਦੂ ਦੇ ਉੱਚ ਸਲਾਹਕਾਰ ਬੰਦੇ, ਬਾਦਸ਼ਾਹ ਦੇ ਨੇੜੇ ਰਹਿਣ ਵਾਲੇ, ਇਹ ਬਾਦਸ਼ਾਹ ਦੇ ਵੀ ਕੋਈ ਪੇਸ਼ ਨਹੀਂ ਜਾਣ ਦਿੰਦੇ ਹਨ। ਦੋਇ ਦਿਨ ਉਪਰ ਬਹੁਰ ਗੁਜ਼ਾਰੇ। ਹੁਣ 40 ਦਿਨ ਹੀ ਨਹੀਂ ਬਲਕਿ 42 ਦਿਨ ਹੋ ਗਏ ਨੇ। 2 ਦਿਨ ਹੋਰ ਵੀ
ਉਹ 40 ਦਿਨਾਂ ਤੋਂ ਉੱਤੇ ਬੀਤ ਗਏ ਹਨ। ਮੇਲ ਸਿੱਖ ਪੰਚਹੁ ਕੀਨ ਵਿਚਾਰੇ। ਜਿਹੜੇ 5 ਸਿੱਖ ਆ ਉਹ ਫਿਰ ਇਕੱਤਰ ਹੋਏ ਤੇ ਉਹਨਾਂ ਨੇ ਇਕੱਤਰ ਹੋ ਕੇ ਆਪਸ ਵਿੱਚ ਵਿਚਾਰ ਕੀਤੀ ਹੈ। ਸ੍ਰੀ ਗੁਰੂ ਅਰਜਨ ਕੀ ਸਮ ਇਹ ਬਾਤ। ਉਹ ਸੋਚਦੇ ਨੇ ਭਾਈ ਬਾਦਸ਼ਾਹ ਨੇ ਕਿਹਾ ਸੀ 40 ਦਿਨ ਤੇ ਹੁਣ ਤੇ 40 ਦਿਨਾਂ ਤੋਂ ਵੀ 2 ਦਿਨ ਉੱਤੇ ਬਤੀਤ ਹੋ ਗਏ ਆ। ਇਹ ਤਾਂ 5ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਵਾਲੀ ਸਾਰੀ ਗੱਲ ਬਣਦੀ ਜਾਂਦੀ ਹੈ। ਜਿਵੇਂ ਸਤਿਗੁਰੂ ਜੀ ਨੂੰ ਲਾਹੌਰ ਵਿਖੇ ਬੁਲਾਇਆ ਸੀ, ਫਿਰ ਬਾਦਸ਼ਾਹ ਨੇ ਕੋਈ ਖਬਰਸਾਰ ਹੀ ਨਹੀਂ ਲਈ। ਉਹ ਸਿੱਖ ਆਪਸ ਵਿੱਚ ਗੱਲਾਂ ਕਰਦੇ ਨੇ, ਇਹ ਤੇ ਸੇਮ ਉਸੇ ਤਰ੍ਹਾਂ ਦੀ ਗੱਲ ਬਣਦੀ ਜਾਪਦੀ ਹੈ। ਚੰਦੋ ਤਕ ਹੈ ਗੁਰੂ ਤਨ ਘਾਤ। ਸਿੱਖ ਆਪਸ ਵਿੱਚ ਗੱਲਾਂ ਕਰਦੇ ਆ ਕਿ ਵੇਖੋ ਭਾਈ ਗੁਰੂ ਕੇ ਸਿੱਖੋ, ਜਿਹੜਾ ਚੰਦੂ ਆ ਨਾ ਉਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਮਾਰਨਾ ਚਾਹੁੰਦਾ ਹੈ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖਾਂ ਨੇ ਵਿਚਾਰਿਆ ਵੀ 40 ਦਿਨ ਦਾ ਕਿਹਾ ਸੀ ਤੇ 42 ਦਿਨ ਹੋ ਗਏ ਆ, ਅਜੇ ਤੱਕ ਗੁਰੂ ਸਾਹਿਬ ਜੀ ਨੂੰ ਕਿਲੇ ਵਿੱਚੋਂ ਬਾਹਰ ਆਉਣ ਵਾਸਤੇ ਕੋਈ ਗੱਲ ਹੀ ਨਹੀਂ ਚੱਲੀ ਤੇ ਬਾਦਸ਼ਾਹ ਨੇ ਕੋਈ ਮੈਸੇਜ ਨਹੀਂ ਭੇਜਿਆ। ਇਹ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵਾਲੀ ਹੀ ਗੱਲ ਬਣਦੀ ਜਾਪਦੀ ਹੈ। ਬਾਦਸ਼ਾਹ ਸਮੀਪੇ ਸਭ ਆਪਣਾਏ। ਕਿਉਂਕਿ ਬਾਦਸ਼ਾਹ ਦੇ ਕੋਲ ਜਿਹੜੇ ਬੰਦੇ ਆ ਉਹਨਾਂ ਦੇ ਵਿੱਚ ਚੰਦੂ ਦੇ ਬੰਦੇ ਜ਼ਿਆਦਾ ਨੇ। ਜਿਹੜੇ ਬਾਦਸ਼ਾਹ ਦੇ ਕੋਲ ਸਲਾਹਕਾਰ ਆ, ਵਜ਼ੀਰ ਆ, ਮੰਤਰੀ ਲੋਕ ਆ, ਉਹਨਾਂ ਵਿੱਚੋਂ ਬਹੁਤੇ ਲੋਕ ਜਿਹੜੇ ਆ ਚੰਦੂ ਦੇ ਪੱਖ ਦੇ ਹਨ। ਤਿਮ ਭਾਗੈ ਜਮ ਦੇਤ ਸਿਖਾਏ। ਤੇ ਜਿਵੇਂ ਚੰਦੂ ਨੇ ਉਹਨਾਂ ਲੋਕਾਂ ਨੂੰ ਸਿਖਾਇਆ, ਬੜਾ ਚਲਾਕ ਚੁਸਤ ਆ, ਉਸੇ ਤਰ੍ਹਾਂ ਅੱਗੇ ਜਿਹੜੇ ਉਹਦੇ ਉਮਰਾਵ, ਜਿਹੜੇ ਉਹਦੇ ਬੰਦੇ ਆ, ਵਜ਼ੀਰ ਮੰਤਰੀ ਵਗੈਰਾ, ਉਹ ਉਹਨਾਂ ਨੂੰ ਸਿਖਾਉਂਦਾ ਹੈ। ਉਹ ਫਿਰ ਉਸੇ ਤਰ੍ਹਾਂ ਬਾਦਸ਼ਾਹ ਨੂੰ ਦੱਸਦੇ ਹਨ। ਜਹਾਂਗੀਰ ਕਿਮ ਧੀਰਜ ਗਾਏ। ਤੇ ਗੁਰੂ ਕੇ ਸਿੱਖ ਗੱਲਾਂ ਕਰਦੇ ਆ ਵੀ ਫਿਰ ਬਾਦਸ਼ਾਹ ਨੂੰ ਕਿਵੇਂ ਧੀਰ ਜਾਵੇ, ਜਦੋਂ ਉਹਲੇ ਆਲੇ ਦੁਆਲੇ ਇਹਨਾਂ ਸਾਰੇ ਲੋਕਾਂ ਨੇ ਘੇਰਾ ਪਾਇਆ। ਬਾਦਸ਼ਾਹ ਨੂੰ ਕਈ ਕਿਸਮ ਦੀਆਂ ਗੱਲਾਂ ਵਧਾ ਚੜ੍ਹਾ ਕੇ ਦੱਸਦੇ ਆ ਤੇ ਇਸੇ ਤਰ੍ਹਾਂ ਉਹਨੂੰ ਕਹਿੰਦੇ ਨੇ ਵੀ ਚੰਗਾ ਹੋਇਆ ਸਤਿਗੁਰੂ ਜੀ ਕਿਲੇ ਵਿੱਚ ਆ, ਤੁਹਾਨੂੰ ਸਾੜ ਸਤੀ ਤੋਂ ਬਚਾਅ ਹੋਇਆ ਹੈ, ਤੁਸੀਂ ਤੰਦਰੁਸਤ ਜੇ। ਜਦੋਂ ਸਾਰੇ ਇਹ ਗੱਲਾਂ ਕਰਦੇ ਆ ਤੇ ਬਾਦਸ਼ਾਹ ਨੂੰ ਇਹੋ ਜਿਹੀਆਂ ਗੱਲਾਂ ਕਰਦੇ ਨੇ, ਜੇ ਸਤਿਗੁਰੂ ਬਾਹਰ ਆ ਗਏ ਤੇ ਤੁਹਾਡੇ ਸਰੀਰ ਦਾ ਨੁਕਸਾਨ ਹੋ ਸਕਦਾ ਹੈ। ਤੋ ਕਹਿਣ ਲੱਗੇ ਫਿਰ ਬਾਦਸ਼ਾਹ ਨੂੰ ਧੀਰਜ ਕਿਵੇਂ ਆਵੇ। ਸਗਰ ਨਰ ਬਦ ਮਸਲਤ ਕਹੈ। ਤੇ ਸਾਰੇ ਹੀ ਜਿਹੜੇ ਗੁਰੂ ਕੇ ਸਿੱਖ ਆ ਨਾ, ਉਹ ਵਿਚਾਰ ਕਰਦੇ ਆ ਵੀ ਬਾਦਸ਼ਾਹ ਦੇ ਕੋਲ ਜਿਹੜੇ ਬੈਠੇ ਹੋਏ ਲੋਕ ਆ ਨਾ, ਬਹੁਤ ਮਾੜੀਆਂ ਸਲਾਹਾਂ ਕਰਦੇ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਬਤ। ਬਾਦਸ਼ਾਹ ਦੇ ਕੋਲ ਘਟੀਆ ਗੱਲਾਂ ਕਰਦੇ ਹਨ। ਅਵਨੀ ਪਣ ਕੈ ਸਰਾਵਨ ਵਡੇਰੇ। ਇਹ ਜਿਹੜੇ ਬਾਦਸ਼ਾਹ ਲੋਕ ਹੁੰਦੇ ਆ, ਇਹਨਾਂ ਦੇ ਕੰਨ ਵੱਡੇ ਹੁੰਦੇ ਆ। ਵੱਡੇ ਕੰਨ ਤੋਂ ਭਾਵ ਇਹ ਸਾਰਿਆਂ ਦੀ ਗੱਲ ਸੁਣੀ ਜਾਂਦੇ ਆ, ਭਾਵ ਕੰਨਾਂ ਦੇ ਕੱਚੇ ਹੁੰਦੇ ਹਨ। ਜੈਸਾ ਕਿਸਤੈ ਸੁਣ ਲੀਤ ਨ ਹੀਰੇ। ਇਹ ਗੱਲ ਸੁਣੀ ਜਾਂਦੇ ਆ ਸਾਰਿਆਂ ਦੇ ਕੋਲੋਂ, ਪਰ ਉਸ ਗੱਲ ਨੂੰ ਧਿਆਨ ਦੇ ਨਾਲ, ਅੱਖਾਂ ਦੇ ਨਾਲ ਨਹੀਂ ਵੇਖਦੇ, ਉਸ ਗੱਲ ਨੂੰ ਚੰਗੀ ਤਰ੍ਹਾਂ ਪਰਖਦੇ ਨਹੀਂ ਹਨ। ਦੋਏ ਤੀਨ ਮਿਲ ਪੀਰ ਹਿੰਮਤ ਕੋ। ਉਹ ਜਿਹੜੇ 2-3 ਖਾਸ ਬੰਦੇ, ਜਿਹੜੇ ਚੰਗੇ ਅਹੁਦੇਦਾਰ ਬਾਦਸ਼ਾਹ ਦੇ ਨੇੜੇ ਰਹਿੰਦੇ ਆ, ਉਹਦਾ ਖਹਿੜਾ ਹੀ ਨਹੀਂ ਛੱਡਦੇ, ਮਾਨੋ ਬਾਦਸ਼ਾਹ ਦੀ ਮਾਤੀ ਮਾਰ ਦਿੰਦੇ ਆ, ਬਾਦਸ਼ਾਹ ਦੀ ਮੱਤ ਫੇਰ ਦਿੰਦੇ ਹਨ। ਪੁਰਹਿ ਕਾਜ ਨਿਜ ਕਹਿ ਸਤ। ਤੇ ਕਹਿੰਦੇ ਨੇ
ਵੀ ਜੋ ਕੁਝ ਵੀ ਬਾਦਸ਼ਾਹ ਦੇ ਕੋਲ ਉਹ ਬੋਲਦੇ ਆ, ਝੂਠ ਬੋਲਦੇ ਆ ਕਿ ਵੇਖੋ ਜੀ ਸਤਿਗੁਰੂ ਜੀ ਬਾਹਰ ਆ ਗਏ, ਫਿਰ ਤੁਹਾਡੇ ਉੱਤੇ ਸਾੜ ਸਤੀ ਆ ਸਕਦੀ ਆ, ਗ੍ਰਹਿ ਆ ਸਕਦੇ ਆ, ਤੁਹਾਡਾ ਨੁਕਸਾਨ ਹੋਵੇਗਾ। ਇਸ ਤਰ੍ਹਾਂ ਇਹ ਝੂਠ ਦੀਆਂ ਗੱਲਾਂ ਬਾਦਸ਼ਾਹ ਕੋਲ ਕਰੀ ਜਾਂਦੇ ਆ ਅਤੇ ਬਾਦਸ਼ਾਹ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਨ। ਜਹਾਂ ਕਚਹਿਰੀ ਸੰਸਾਰ ਸਾਰੀ। ਇੱਥੇ ਤਾਂ ਜਿਹੜੀ ਸਾਰੀ ਕਚਹਿਰੀ ਹੈ ਮਾਨੋ ਜਿਵੇਂ ਇੱਕੋ ਜਿਹੀ ਬਣ ਜਾਏ ਝੂਠੇ ਲੋਕਾਂ ਦੀ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਕਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੀ ਕਾ ਬੰਧ। ਗੁਰੂ ਕੇ ਸਿੱਖ ਵਿਚਾਰ ਕਰਦੇ ਆ ਵੀ ਕਿਸ ਨੂੰ ਆਖੀਏ, ਬਾਦਸ਼ਾਹ ਦੇ ਕੋਲ ਬਹਿਣ ਵਾਲੇ ਤੇ ਸਾਰੇ ਝੂਠੇ ਹਨ। ਸੋ ਕਾਰਜ ਪੁਰਵੈ ਨਹਿ ਕੈਸੇ। ਤੇ ਜਿਹੜਾ ਕਾਰਜ ਆਪਾਂ ਕਰਨਾ ਚਾਹੁੰਦੇ ਸੋ ਕਿਵੇਂ ਪੂਰਾ ਹੋਵੇਗਾ। ਆਪਣਾ ਕਾਰਜ ਇਸ ਵੀ ਚੰਦੂ ਪਕੜਿਆ ਜਾਏ, ਜਿਹੜਾ ਸਤਿਗੁਰਾਂ ਦਾ ਸਾਨੂੰ ਹੁਕਮ ਆ, ਇਹ ਫਿਰ ਕਾਜ ਹੁਣ ਕਿਵੇਂ ਬਣੇਗਾ। ਕਰਹ ਵਿਚਾਰਨ ਨਿਜ ਔਰ ਐਸੇ। ਆਪਣੀ ਨਿੱਜੀ ਵਿਚਾਰ ਜੋ ਵੀ ਤੁਹਾਡੀ ਰਾਏ ਆ ਗੁਰੂ ਕੇ ਸਿੱਖ, ਉਹ ਸਾਨੂੰ ਵਿਚਾਰ ਕਰ ਲੈਣੀ ਚਾਹੀਦੀ ਆ। ਕੋਈ ਨਾ ਕੋਈ ਸਾਨੂੰ ਵੀ ਸੋਚ ਵਿਚਾਰ ਕਰਨਾ ਚਾਹੀਦਾ। ਸਮਾਂ ਭਿਆਨਕ ਜਿਹਾ ਹੈ, ਇਸ ਵਾਸਤੇ ਸਾਨੂੰ ਵੀ ਆਪੋ ਆਪਣੀ ਸਲਾਹ, ਆਪੋ ਆਪਣੀ ਮੱਤ ਦੇ ਅਨੁਸਾਰ ਰਾਏ ਦੇਣੀ ਚਾਹੀਦੀ ਹੈ। ਸਤਿਗੁਰ ਛਿਮਾ ਨਿਧਾਨ ਮਹਾਨੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਹਾਨ ਸਤਿਗੁਰੂ ਨੇ। ਉਹ ਸੱਚੇ ਪਾਤਸ਼ਾਹ ਜੀ ਦਾ ਇਹ ਗੁਰੂ ਕੇ ਸਿੱਖ ਸਿਮਰਨ ਕਰਦੇ ਨੇ ਤੇ ਕਹਿੰਦੇ ਨੇ ਪਾਤਸ਼ਾਹ ਜੀ ਬੜੇ ਹੀ ਮਹਾਨ ਹਨ। ਲਵ ਪਰ ਰਾਖੇ ਬਰਜ ਇਰਸਾਨੇ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਦੇ ਵਿੱਚ ਬੜੇ ਗੁਣਾਂ ਦੀ ਖਾਨ ਸਨ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਬਰਜ ਰੱਖਿਆ। ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਕਰਨ ਦਿੱਤਾ। ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਲਾਹੌਰ ਵਿਖੇ ਸਿੱਖ ਗਏ ਸਨ, ਉਸ ਗੱਲ ਨੂੰ ਚੇਤੇ ਕਰਦੇ ਆ ਵੀ ਇਸ ਦੁਸ਼ਟ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਬਹੁਤ ਤਸੀਹੇ ਦਿੱਤੇ, ਪਰ ਕਰਦੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਰੋਕ ਛੱਡਿਆ ਵੀ ਤੁਸੀਂ ਕੁਛ ਨਹੀਂ ਇਸ ਨੂੰ ਕਹਿਣਾ ਹੈ, ਜੋ ਕੁਛ ਹੈ ਵਾਹਿਗੁਰੂ ਦੀ ਰਜ਼ਾ ਹੈ। ਸਿੱਖ ਆਪਸ ਵਿੱਚ ਵਿਚਾਰ ਕਰਦੇ ਹਨ। ਨਿਜ ਬਲ ਨਹਿ ਸੰਭਾਰਨ ਕੀਨ। ਸਤਿਗੁਰਾਂ ਦੇ ਅੰਦਰ ਬਲ ਤੇ ਬਹੁਤ ਜ਼ਿਆਦਾ ਸੀ। ਮਹਾਰਾਜ ਜੋ ਮਰਜ਼ੀ ਕਰ ਸਕਦੇ ਸੀ, ਪਰ ਉਹਨਾਂ ਨੇ ਆਪਣੇ ਬਲ ਨੂੰ ਬਾਹਰ ਪ੍ਰਗਟ ਨਹੀਂ ਕੀਤਾ। ਉਹਨਾਂ ਨੇ ਆਪਣੇ ਬਲ ਨੂੰ ਬਾਹਰ ਜ਼ਾਹਰ ਨਹੀਂ ਕੀਤਾ ਹੈ। ਹਮਕੋ ਆਜਮਤ ਕਰਨ ਨਾ ਦੀਨ। ਤੇ ਸਾਨੂੰ ਵੀ ਰੋਕ ਛੱਡਿਆ ਵੀ ਤੁਸੀਂ ਵੀ ਕੁਛ ਨਹੀਂ ਕਰਨਾ, ਨਹੀਂ ਤੇ ਅਸੀਂ ਵੀ ਆਪਣਾ ਕੋਈ ਤਾਣ ਲਾਉਂਦੇ, ਅਸੀਂ ਵੀ ਕੋਈ ਆਪਣੀ ਸ਼ਕਤੀ ਜ਼ਾਹਰ ਕਰਦੇ ਤੇ ਇਸ ਚੰਦੂ ਨੂੰ ਉੱਥੇ ਹੀ ਕੋਈ ਨਾ ਕੋਈ ਅਸੀਂ ਇਹਨੂੰ ਮੱਤ ਦੇ ਦਿੰਦੇ। ਪਰ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਵੀ ਰੋਕ ਦਿੱਤਾ ਸੀ। ਸਹਿ ਕਰ ਸਰਬਸ ਜਾਏ ਸਰੀਰ। ਮਹਾਰਾਜ ਜੀ ਨੇ ਸਾਰੇ ਦੁੱਖ ਆਪਣੇ ਤਨ ਉੱਤੇ ਸਹਿ ਲਏ। ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਗੁਰੂ ਕੇ ਸਿੱਖ ਆ ਆਪਸ ਵਿੱਚ ਰਲ ਮਿਲ ਕੇ ਸਲਾਹਾਂ ਕਰਦੇ ਆ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਸ ਸਾਰੇ ਦੁੱਖ ਨੂੰ ਆਪਣੇ ਤਨ ਉੱਤੇ ਸਹਿ ਲਿਆ। ਮਹਾਰਾਜ ਜੀ ਨੇ ਆਪਣੇ ਮੁਖ ਵਿੱਚੋਂ ਚੰਦੂ ਦੀ ਬਾਬਤ ਕੋਈ ਸ਼ਬਦ ਨਹੀਂ ਬੋਲਿਆ ਤੇ ਨਾ ਹੀ ਸਾਨੂੰ ਕੁਝ ਕਰਨ ਦਿੱਤਾ ਹੈ। ਗਮਨ ਕੀਨ ਬੈਕੁੰਠ ਸਧੀਰ। ਮਹਾਰਾਜ ਉਹਦੇ ਦੁੱਖਾਂ ਨੂੰ ਸਹਿੰਦਿਆਂ ਸਹਿੰਦਿਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਗਏ।
ਪਰਮੇਸ਼ਰ ਦੇ ਵਿੱਚ ਹੀ ਬਿਰਾਜਮਾਨ ਹੋ ਗਏ ਸਨ। ਇਹ ਕੌਤਕ ਸਭ ਚੰਦੂ ਕੀਰੇ। ਗੁਰੂ ਕੇ ਸਿੱਖ ਆਪਸ ਵਿੱਚ ਮਿਲ ਕੇ ਵਿਚਾਰ ਕਰਦੇ ਐ, ਚਿੰਤਾ ਵਾਲੀ ਗੱਲ ਬਣਦੀ ਜਾਂਦੀ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਵੀ ਇਹਨਾਂ ਲੋਕਾਂ ਨੇ ਇਸੇ ਤਰ੍ਹਾਂ ਕੀਤਾ, ਤੇ ਹੁਣ ਚੰਦੂ ਫੇਰ ਇਸੇ ਤਰ੍ਹਾਂ ਆਪਣੀ ਗੱਲ ਬਣਾਈ ਜਾ ਰਿਹਾ ਹੈ। ਤੇ ਇਹ ਜਿਹੜਾ ਸਮਾਂ ਉਹ ਸਾਡੇ ਵਾਸਤੇ ਚੰਗਾ ਨਹੀਂ ਜਾਪਦਾ ਹੈ। ਬਾਦਸ਼ਾਹ ਹਿਰਦੇ ਕੁਛ ਸਮਝ ਨਾ ਪਰੇ। ਗੁਰੂ ਕੇ ਸਿੱਖ ਆਪਸ ਵਿੱਚ ਵਿਚਾਰਾਂ ਕਰਦੇ ਐ ਵੀ ਬਾਦਸ਼ਾਹ ਦੀ ਸਮਝ ਵਿੱਚ ਤੇ ਕੁਝ ਵੀ ਨਹੀਂ ਗੱਲ ਪੈਣ ਦਿੰਦੇ। ਬਾਦਸ਼ਾਹ ਦੇ ਨੇੜੇ ਤੇੜੇ ਕੋਈ ਵੀ ਚੰਗੀ ਜਿਹੜੀ ਗੱਲ ਆ, ਚੰਦੂ ਦੇ ਬੰਦੇ ਉਹਦੇ ਨੇੜੇ ਤੇੜੇ ਪਹੁੰਚਣ ਨਹੀਂ ਦਿੰਦੇ ਹਨ। ਦੁਰਗ ਗਵਾਲੀਅਰ ਗੁਰੂ ਬਿਠਾਏ। ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬਿਠਾ ਦਿੱਤਾ ਹੈ। ਗੁਰੂ ਕੇ ਸਿੱਖ ਆਪਸ ਵਿੱਚ ਬਚਨ ਕਰਦੇ ਹਨ। ਤਹਿ ਕਿਆ ਕਰਹਿ ਲਖੀ ਨਹਿ ਕਾਏ। ਕੀ ਕੀਤਾ ਜਾਏ, ਇਸ ਬਾਰੇ ਕੋਈ ਸਮਝ ਨਹੀਂ ਪੈਂਦੀ ਹੈ। ਅਗਲਾ ਕੀ ਪ੍ਰੋਗਰਾਮ ਬਣਨ ਵਾਲਾ ਹੈ, ਗੁਰੂ ਕੇ ਸਿੱਖ ਵਿਚਾਰ ਕਰਦੇ ਨੇ ਕਿ ਇਹ ਤਾਂ ਪਰਮੇਸ਼ਰ ਹੀ ਜਾਣਦਾ ਹੈ। ਮਾਨ ਬਾਕ ਜੇ ਦਾਏ ਬਿਠਾਏ। ਵੀ ਜੇ ਉਹਨੇ ਕਹਿ ਕੇ ਸਤਿਗੁਰਾਂ ਨੂੰ ਕਿਲੇ ਵਿੱਚ ਬਿਠਾਇਆ ਹੈ ਤੇ ਬਾਦਸ਼ਾਹ ਜ਼ਿੰਮੇਵਾਰ ਆ, ਕਿਉਂਕਿ ਮੇਨ ਤਾਂ ਬਾਦਸ਼ਾਹ ਹੀ ਹੈ। ਜੇ ਉਸ ਨੇ ਬਿਠਾਇਆ ਹੀ ਹੈ, ਬਾਹਰ ਬਲਾਵ ਸੁਧ ਨਹਿ ਆਈ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਸਤਿਗੁਰਾਂ ਨੂੰ 40 ਦਿਨਾਂ ਤੋਂ ਬਾਅਦ ਬਾਹਰ ਆਉਣ ਵਾਸਤੇ ਮੈਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਖਤ ਲਿਖਾਂ। ਗੁਰੂ ਕੇ ਸਿੱਖ ਆਪਸ ਵਿੱਚ ਰਲ ਮਿਲ ਕੇ ਗੱਲਾਂ ਕਰਦੇ ਨੇ ਵੀ ਇਹ ਤੇ ਬਾਦਸ਼ਾਹ ਦਾ ਹੀ ਫਰਜ਼ ਬਣਦਾ ਹੈ। ਜੇ ਸੁਧ ਹੋ ਹੈ ਤਿਨਹ ਮਤ ਫੇਰੀ। ਤੇ ਬਾਦਸ਼ਾਹ ਨੇ ਇਸ ਤੋਂ ਬਾਅਦ ਸਤਿਗੁਰਾਂ ਦੀ ਕੋਈ ਖਬਰ ਨਹੀਂ ਲਈ, ਤੇ ਜੇ ਉਹ ਕੋਈ ਗੱਲ ਕਰਦਾ ਹੈ ਉਹਦੀ ਮਾਤੀ ਜਿਹੜੀ ਆ ਉਹਦੇ ਕੋਲ ਬੈਠੇ ਹੋਏ ਚੰਦੂ ਦੇ ਬੰਦੇ ਫੇਰ ਦਿੰਦੇ ਹਨ। ਨਹੀਂ ਹਕਾਰੇ ਗੁਰ ਇਸ ਬੇਰੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਵਾਰ ਵੀ ਨਹੀਂ ਬੁਲਾਇਆ। 41ਵਾਂ ਦਿਨ ਬਤੀਤ ਹੋ ਗਿਆ, 42ਵਾਂ ਦਿਨ ਬਤੀਤ ਹੋ ਗਿਆ, 40 ਦਿਨਾਂ ਤੋਂ 2 ਦਿਨ ਉੱਪਰ ਹੋ ਗਏ ਆ, ਤੇ ਮਹਾਰਾਜ ਜੀ ਨੂੰ ਅਜੇ ਵੀ ਬਾਦਸ਼ਾਹ ਨੇ ਬੁਲਾਇਆ ਨਹੀਂ ਹੈ। ਆਪੇ ਬਾਦਸ਼ਾਹ ਬੁਲਾਵੇ ਪਾਹੇ। ਵੀ ਚਾਹੀਦਾ ਤੇ ਇਹ ਆ, ਬਾਦਸ਼ਾਹ ਆਪ ਸਤਿਗੁਰਾਂ ਨੂੰ ਬੁਲਾਉਂਦਾ, ਕਿਉਂਕਿ ਕਿਲੇ ਵਿੱਚ ਉਹਨੇ ਭੇਜਿਆ, ਫਰਜ਼ ਵੀ ਉਹਦਾ ਹੀ ਬਣਦਾ ਹੈ। ਨਹਿ ਆਸ ਆਸ ਧਰੋ ਔਰ ਮਾਹੀ। ਕਹਿੰਦੇ ਨੇ ਗੁਰੂ ਕੇ ਸਿੱਖ ਕਿ ਹੁਣ ਭਾਈ ਬਾਦਸ਼ਾਹ ਵੱਲੋਂ ਕੋਈ ਆਸ ਜਾਪਦੀ ਨਹੀਂ ਆ, ਕਿਉਂਕਿ 42 ਦਿਨ ਹੋ ਗਏ ਨੇ ਉਹਨੇ ਕਿਸੇ ਗੱਲ 'ਤੇ ਕੋਈ ਗੌਰ ਨਹੀਂ ਕੀਤਾ। ਮਹਾਰਾਜ ਜੀ ਨੂੰ ਬੁਲਾਉਣ ਵਾਸਤੇ ਉਹਦੇ ਮਨ ਦੇ ਵਿੱਚ, ਦਿਲ ਦੇ ਵਿੱਚ ਕੋਈ ਗੱਲ ਚੰਗੀ ਜਾਪਦੀ ਨਹੀਂ ਹੈ। ਹਰ ਸਤਿਗੁਰ ਅਜਮਤ ਨਾ ਦਿਖਾਵੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਕਰਾਮਾਤ ਵੀ ਨਹੀਂ ਵਿਖਾਉਣੀ। ਸਿੱਖ ਸੋਚਦੇ ਨੇ ਵੀ ਕੀ ਕੀਤਾ ਜਾਏ, ਚਿੰਤਾ ਦੇ ਵਿੱਚ ਆ, ਫਿਕਰ ਦੇ ਵਿੱਚ ਆ। ਆਪਸ ਵਿੱਚ ਰਲ ਮਿਲ ਕੇ ਸਿੱਖ ਵਿਚਾਰਾਂ ਕਰਦੇ ਹਨ। ਸਹਿ ਸਕਲ ਜੈਸੀ ਬਣ ਆਵੇ। ਜਿਹੋ ਜਿਹੀ ਵੀ ਬਣਤ ਬਣ ਆਵੇ, ਜਿਹੋ ਜਿਹਾ ਵੀ ਕੋਈ ਸਮਾਂ ਬਣੇ, ਮਹਾਰਾਜ ਜੀ ਨੇ ਤੇ ਆਪਣੇ ਤਨ ਉੱਤੇ ਸਹਿ ਲੈਣਾ, ਕਿਉਂਕਿ ਗੁਰੂ ਦਾ ਸਿਧਾਂਤ ਹੈ ਰੱਬੀ ਰਜ਼ਾ ਵਿੱਚ ਰਹਿਣ ਦਾ, ਪਰਮੇਸ਼ਰ ਦੇ ਭਾਣੇ ਨੂੰ ਮੰਨਣ ਦਾ। ਸਿੱਖ ਵਿਚਾਰ ਕਰਦੇ ਨੇ ਬਈ ਸਤਿਗੁਰਾਂ ਨੇ ਕੋਈ ਕਰਾਮਾਤ ਵਾਲੀ ਗੱਲ ਤੇ ਕਰਨੀ ਹੀ ਨਹੀਂ ਹੈ। ਜਾਂ ਤੇ ਕਰਹੁ ਵਿਚਾਰਨ ਬਾਤ। ਜਾਂ ਤੇ ਭਾਈ ਗੁਰੂ ਕੇ ਸਿੱਖੋ, ਤੁਸੀਂ ਆਪ ਕੋਈ ਨਾ ਕੋਈ ਵਿਚਾਰ ਇਸ ਗੱਲ ਉੱਤੇ ਕਰੋ, ਫਿਰ ਸਾਨੂੰ ਕੋਈ ਵਿਚਾਰ ਕਰ ਲੈਣੀ ਚਾਹੀਦੀ ਹੈ। ਜਿਸ ਤੇ ਗੁਰ ਸਿੱਖਣ ਕੁਸ ਰਾਤ। ਇਹੋ ਜਿਹਾ ਕਾਜ ਕੀਤਾ ਜਾਏ ਜਿਹੜੇ ਗੁਰੂ ਕੇ ਸਿੱਖਾਂ ਨੂੰ ਬਣਦਾ ਹੈ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕੀਤੀ ਜਾਏ। ਭਾਈ ਜੇਠੇ ਤੇ ਸੁਣ ਸਕਲ ਪਿਰਾਣਾ। ਭਾਈ ਜੇਠੇ ਨੇ ਇਹ ਬਚਨ ਕੀਤੇ ਹਨ, ਉਹਨਾਂ ਨੇ ਇਸ ਗੱਲ ਨੂੰ ਦੁਹਰਾਇਆ ਕਿ ਵੇਖੋ ਗੁਰੂ ਕੇ ਸਿੱਖੋ, ਸਤਿਗੁਰਾਂ ਨੇ ਕੋਈ ਕਰਾਮਾਤ ਨਹੀਂ ਦਿਖਾਉਣੀ, ਰੱਬੀ ਰਜ਼ਾ ਵਿੱਚ ਰਹਿਣਾ ਹੈ। ਤੇ ਇਹ ਐਸਾ ਨਾ ਹੋਵੇ ਕਿ ਗੁਰੂ ਅਰਜਨ ਸਾਹਿਬ ਜੀ ਦੇ ਵਾਂਗ, ਤੇ ਇਹਦੇ ਵਾਸਤੇ ਫਿਰ ਸਾਨੂੰ ਆਪ ਹੀ ਕੁਝ ਸੋਚਣਾ ਪਵੇਗਾ। ਜਿਹੜੇ ਭਾਈ ਜੇਠਾ ਸਾਹਿਬ ਜੀ ਨੇ ਬਚਨ ਕੀਤੇ, ਭਾਈ ਪ੍ਰਾਣਾ ਜੀ ਉਹਨਾਂ ਨੂੰ ਸੁਣਦੇ ਹਨ। ਸਬਣ ਸੁਨਾਵਤ ਬਾਕ ਬਖਾਣਾ। ਭਾਈ ਪ੍ਰਾਣਾ ਜੀ ਨੇ ਭਾਈ ਜੇਠਾ ਜੀ ਦੇ ਬਚਨ ਸਾਰਿਆਂ ਨੂੰ ਸੁਣਾਏ ਤੇ ਦੱਸ ਦਿੱਤੇ ਹਨ। ਗੁਰ ਮਰਜੀ ਜੇਕਰ ਮਨਾਹੀ। ਸਿੱਖ ਕਹਿੰਦੇ ਨੇ ਕੀਤਾ ਕੀ ਜਾਏ, ਜੇ ਸਤਿਗੁਰਾਂ ਦੀ ਮਰਜ਼ੀ ਤੋਂ ਬਗੈਰ ਅਸੀਂ ਕੁਝ ਕਰਦੇ ਹਾਂ, ਜੇ ਗੁਰੂ ਦੀ ਆਗਿਆ ਤੋਂ ਬਿਨਾਂ ਅਸੀਂ ਕੁਝ ਕਰਾਂਗੇ। ਕਰਹੁ ਜੈ ਤੁਮ ਲਖ ਕੈ ਔਰ ਮਾਹੀ। ਤੁਸੀਂ ਆਪਣੇ ਹਿਰਦੇ ਦੇ ਵਿੱਚ ਇਸ ਗੱਲ ਨੂੰ ਜਿਹੜਾ ਪਹਿਚਾਨ ਕੇ ਜੇ ਤੁਸੀਂ ਕੋਈ ਵੀ ਕਰਮ ਕਰੋਗੇ, ਕਰਹਿ ਰੋਸ ਤੇ ਬਾਕ ਉਚਾਰਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਤੇ ਰੋਸ ਨਾ ਕਰਨ, ਨਾਰਾਜ਼ ਨਾ ਹੋ ਜਾਣ ਸਾਡੇ ਨਾਲ। ਤੇ ਜੇ ਮਹਾਰਾਜ ਜੀ ਨੇ ਮੁਖ ਦੇ ਵਿੱਚੋਂ ਕੋਈ ਬਚਨ ਉਚਾਰਨ ਕਰ ਦਿੱਤਾ, ਪਰ ਹੈ ਆਣ ਤਬ ਸੰਕਟ ਦਾਰੁਨ। ਬਈ ਸਾਡੇ ਉੱਤੇ ਬਹੁਤ ਵੱਡੀਆਂ ਮੁਸ਼ਕਲਾਂ ਆ ਜਾਣੀਆਂ ਨੇ। ਜੇ ਕਿਤੇ ਗੁਰੂ ਸਾਹਿਬ ਜੀ ਨੇ ਇਹ ਦੇਖਿਆ ਕਿ ਗੁਰੂ ਕੇ ਸਿੱਖਾਂ ਨੇ ਆਪ ਹੁਦਰਾ ਕੋਈ ਕਰਾਮਾਤ ਕੀਤੀ ਆ, ਫਿਰ ਸਾਡੇ ਵਾਸਤੇ ਬੜੀ ਮੁਸ਼ਕਲ ਬਣ ਜਾਵੇਗੀ। ਕਹੋ ਸਹਾਇਕ ਹੋਏ ਤਬ ਕੌਣ। ਤੋ ਕਹਿਣ ਲੱਗੇ ਦੱਸੋ, ਸਤਿਗੁਰੂ ਮਹਾਰਾਜ ਤੇ ਸਾਨੂੰ ਕਹਿਣਗੇ ਵੀ ਤੁਸੀਂ ਕੌਣ ਹੁੰਦੇ ਜੇ ਮੇਰੇ ਸਹਾਇਕ ਬਣਨ ਵਾਲੇ, ਜਿਹੜੇ ਇੰਨੀਆਂ ਵੱਡੀਆਂ ਸ਼ਕਤੀਆਂ ਦੇ ਮਾਲਕ ਹਨ। ਨਹਿ ਟਿਗ ਬਚੇ ਨ ਗਮਨ ਭਉਣ। ਸਾਡਾ ਤੇ ਉਹ ਹਾਲ ਹੋ ਜਾਏਗਾ ਵੀ ਨਾ ਨੇੜੇ ਬਚਾਂਗੇ ਤੇ ਨਾ ਘਰ ਗਿਆ ਹੀ, ਵੀ ਗੁਰੂ ਸਾਹਿਬ ਜੀ ਦੇ ਕੋਲ ਬੈਠੇ ਆ, ਇੱਥੋਂ ਹੀ ਫਿਰ ਅਸੀਂ ਬੇਮੁਖ ਹੋ ਜਾਵਾਂਗੇ। ਕਿਉਂਕਿ ਸਤਿਗੁਰਾਂ ਨੇ ਰੋਕਿਆ ਕੋਈ ਕਰਾਮਾਤ ਨਹੀਂ ਕਰਨੀ, ਰੱਬੀ ਰਜ਼ਾ ਵਿੱਚ ਰਹਿਣਾ। ਤੇ ਜੇ ਕਿਤੇ ਸਤਿਗੁਰੂ ਜੀ ਨਾਰਾਜ਼ ਹੋ ਗਏ ਤੇ ਤਾਂ ਵੀ ਸਾਡੇ ਵਾਸਤੇ ਬੜੀ ਮਾੜੀ ਗੱਲ। ਤੇ ਜੇ ਇੱਥੋਂ ਘਰ ਨੂੰ ਚਲੇ ਜਾਂਦੇ ਆ ਤੇ ਤਾਂ ਵੀ ਸਾਡਾ ਕੋਈ ਛੁਟਕਾਰਾ ਨਹੀਂ। ਇਹ ਸਿੱਖ ਆਪਸ ਵਿੱਚ ਮਿਲ ਕੇ ਬਚਨ ਕਰਦੇ ਹਨ। ਕਰਹੁ ਕਾਰ ਹੋਏ ਗੁਰੂ ਅਨਸਾਰੇ। ਇਹੋ ਜੀ ਕਾਰ ਕੀਤੀ ਜਾਏ। ਭਾਈ ਪ੍ਰਾਣਾ ਸਾਹਿਬ ਜੀ ਨੇ ਆਖਿਆ, ਭਾਈ ਜੇਠਾ ਜੀ ਇਹ ਐਸਾ ਨਾ ਹੋਵੇ ਵੀ ਆਪਾਂ ਦੋਵਾਂ ਪਾਸਿਆਂ ਤੋਂ ਹੀ ਕਿਤੇ ਹੌਲੇ ਨਾ ਪੈ ਜਾਈਏ, ਤੇ ਸਾਨੂੰ ਇਹੋ ਜੀ ਕਾਰ ਕਰਨੀ ਚਾਹੀਦੀ, ਇਹੋ ਜਿਹਾ ਕਾਰਜ ਕਰਨਾ ਚਾਹੀਦਾ ਹੈ। ਸਭ ਵਿਧਿ ਉਪਜੈ ਕੁਸਲ ਤੁਹਾਰੇ। ਸਾਰੀਆਂ ਵਿਧੀਆਂ ਦੇ ਨਾਲ, ਢੰਗਾਂ ਤੇ ਤਰੀਕਿਆਂ ਦੇ ਨਾਲ ਜਿਹੜਾ ਭਾਈ ਸਾਨੂੰ ਵੀ ਸੁਖ ਪ੍ਰਾਪਤ ਹੋਵੇ। ਇਤਨੇ ਬਿਖ ਆਏ ਬਿਰਧ ਭਾਈ। ਸਿੱਖ ਆਪਸ ਵਿੱਚ ਵਿਚਾਰਾਂ ਕਰਦੇ ਆ। ਇੰਨੇ ਚਿਰ ਨੂੰ ਬਾਬਾ ਬੁੱਢਾ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਚੱਲ ਕੇ ਬਾਬਾ ਜੀ ਵੀ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਜਾਂਦੇ ਹਨ। ਸਭ ਉਠ ਚਰਨ ਪਰ ਸਹਸਾਈ। ਜਦੋਂ ਬਾਬਾ ਬੁੱਢਾ ਸਾਹਿਬ ਜੀ ਉੱਥੇ ਪਹੁੰਚਦੇ ਆ ਤੇ ਸਾਰੇ ਗੁਰੂ ਕੇ ਸਿੱਖਾਂ ਨੇ ਬਾਬਾ ਜੀ ਦਾ ਬਹੁਤ ਸਤਿਕਾਰ ਕੀਤਾ ਹੈ, ਬੈਠਣ ਵਾਸਤੇ ਬੜਾ ਹੀ ਮਾਣ ਦਿੱਤਾ ਹੈ। ਸਿੱਖਾਂ ਨੇ ਆਪਣੇ ਬਿਖੇ ਬਿਠਾਇਓ। ਗੁਰੂ ਕੇ ਸਿੱਖਾਂ ਨੇ ਉੱਠ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਜੀ ਆਇਆਂ ਆਖਿਆ। ਆਪਣੇ ਵਿਚਕਾਰ ਬੜੇ ਪਿਆਰ ਦੇ ਨਾਲ ਗੁਰੂ ਕੇ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਿਠਾਇਆ ਹੈ। ਅਬੇ ਆਰਾਮ ਸਤਿਗੁਰੂ ਪਾਇਓ। ਤੇ ਆਖਿਆ ਬਾਬਾ ਬੁੱਢਾ ਸਾਹਿਬ ਜੀ ਇਸ ਵੇਲੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੁਝ ਸਮਾਂ
ਆਰਾਮ ਕਰਨ ਵਾਸਤੇ ਬਿਰਾਜਮਾਨ ਹੋਏ ਹਨ। ਜਬ ਉਠ ਬੈਠੇ ਦਰਸ਼ਨ ਕੀਜੈ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਠਣਗੇ ਉਸ ਵੇਲੇ ਆਪ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨੇ ਹਨ। ਦੇਸ ਸੁਧਾਸਰ ਕੀ ਸੁਧ ਦੀਜੈ। ਤੁਸੀਂ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉਸ ਸਥਾਨ ਦੀ ਸੇਵਾ ਸੰਭਾਲ ਕਿਵੇਂ ਚੱਲ ਰਹੀ ਹੈ। ਆਵਨ ਭਇਓ ਆਪ ਕੋ ਕੈਸੇ। ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਇਹ ਦੱਸੋ ਅੰਮ੍ਰਿਤਸਰ ਸਾਹਿਬ ਜੀ ਤੋਂ ਇੱਥੇ ਆਉਣ ਦਾ ਆਪ ਜੀ ਦਾ ਕੀ ਕਾਰਨ ਆ। ਮਹਾਰਾਜ ਇਸ ਬਾਰੇ ਵੀ ਸਾਨੂੰ ਬਾਬਾ ਜੀ ਦੱਸਣਾ ਕਰੋ। ਸਮਤ ਸਹਿਤ ਸੁਧ ਦੇਹੁ ਹਮ ਤੈਸੇ। ਚੰਗੀ ਜਿਹੜੀ ਸਮੱਤ ਹੁੰਦੀ ਆ ਚੰਗੀ ਖਬਰ ਉਹਦੇ ਸਹਿਤ ਸਾਨੂੰ ਸਾਰੀ ਖਬਰ ਸੁਖ ਸਾਂਦ ਬਾਰੇ ਦੱਸਣਾ ਕਰੋ। ਭਾਈ ਬ੍ਰਿਧ ਤਬ ਕਹੀ ਗੁਰੂ ਸੁਧ ਪਾਈ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਕੇ ਸਿੱਖਾਂ ਦੇ ਪਾਸੋਂ ਸੁਣਿਆ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਕੋਈ ਬਚਨ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਖਬਰ ਸੁਣਾਉਣ ਲੱਗੇ ਹਨ। ਦੁਰਗ ਗਵਾਲੀਅਰ ਥਿਰ ਸੋ ਜਾਏ। ਕਹਿਣ ਲੱਗੇ ਵੀ ਸਾਨੂੰ ਕਿਹਾ ਗਿਆ ਸੀ ਵੀ ਤੁਸੀਂ ਗਵਾਲੀਅਰ ਦੇ ਕਿਲੇ ਜਾਓ। ਜਿਸ ਗਵਾਲੀਅਰ ਦੇ ਕਿਲੇ ਵਿੱਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਬਾਰੇ ਖਬਰ ਮਿਲੀ ਹੈ। ਕਿਸ ਕਾਰਨ ਤੇ ਤਹਾਂ ਪਠਾਏ। ਇਹ ਕੀ ਕਾਰਨ ਬਣ ਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿਖੇ ਜਾਣਾ ਪਿਆ। ਕਹਿਣ ਲੱਗੇ ਜਦੋਂ ਇਹ ਖਬਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਹੁੰਚਦੀ ਆ ਤੇ ਇਸ ਗੱਲ ਦੀ ਬਹੁਤ ਚਰਚਾ ਹੋਈ ਹੈ। ਜਾਣਿਓ ਜਾਏ ਨਾ ਲੋਕ ਬਤਾਏ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਵੀ ਇਸ ਗੱਲ ਨੂੰ ਸੁਣ ਕੇ ਸਾਰਿਆਂ ਨੂੰ ਬੜੀ ਹੈਰਾਨੀ ਹੋਈ ਵੀ ਸਤਿਗੁਰੂ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਭੇਜ ਦਿੱਤਾ ਗਿਆ। ਤੇ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣਿਆ ਤੇ ਦੱਸਿਆ ਹੈ। ਸੁਨਤ ਮਾਤ ਬਿਆਕਲ ਮੁਰਝਾਏ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਗੁਰੂ ਕੇ ਸਿੱਖੋ ਜਦੋਂ ਮਾਤ ਗੰਗਾ ਜੀ ਨੂੰ ਪਤਾ ਲੱਗਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਗਏ ਨੇ ਤੇ ਬੜੇ ਵਿਆਕਲ ਹੋ ਗਏ, ਬਹੁਤ ਪਰੇਸ਼ਾਨ ਹੋ ਗਏ ਹਨ, ਚਿਹਰਾ ਮੁਰਝਾ ਗਿਆ ਹੈ। ਹੋਰ ਸੰਦੇਹ ਸਮੂਹ ਉਠਾਈ। ਤੇ ਕਹਿਣ ਲੱਗੇ ਉਸ ਵੇਲੇ ਬਹੁਤ ਜ਼ਿਆਦਾ ਉਹਨਾਂ ਦੇ ਮਨ ਨੂੰ ਜਿਹੜਾ ਉਹ ਦੁੱਖ ਹੋਇਆ ਹੈ। ਤੇ ਸਾਰਿਆਂ ਦੇ ਵਿੱਚ ਬੈਠ ਕੇ ਜਦੋਂ ਮਾਤਾ ਜੀ ਨੇ ਇਸ ਗੱਲ ਨੂੰ ਸੁਣਿਆ ਹੈ। ਪਾਠ ਦਾਸੀ ਕੋ ਮੋਹਿ ਬੁਲਾਵਾ। ਮਾਤਾ ਜੀ ਦੇ ਚਿਹਰੇ ਉੱਤੇ ਬਹੁਤ ਪਰੇਸ਼ਾਨੀ, ਹਾਲਾਤ ਇਹੋ ਜਿਹੇ ਬਣ ਗਏ ਤੇ ਇੱਕ ਦਾਸੀ ਨੂੰ ਮਾਤਾ ਜੀ ਨੇ ਮੇਰੇ ਪਾਸ ਬੁਲਾਇਆ ਕਿ ਜਾਓ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾ ਕੇ ਲਿਆਓ। ਚਿਤ ਸੰਕਟ ਗਣ ਸਕਲ ਸੁਨਾਵਾ। ਉਹਨਾਂ ਦੇ ਹਿਰਦੇ 'ਚ ਬਹੁਤ ਚਿੰਤਾ ਜਿਹੜੀ ਆ, ਬੜੇ ਸੰਕਟ ਮੁਸ਼ਕਲ ਦੇ ਵਿੱਚ ਫਸੇ ਹੋਏ ਉਹਨਾਂ ਦਾ ਚਿਹਰਾ ਦਿਖਾਈ ਦਿੰਦਾ ਸੀ ਕਿ ਬਹੁਤ ਗਮ ਹੈ, ਬਹੁਤ ਫਿਕਰ ਹੈ। ਮੋਹ ਪਰਤ ਹੁਕਮ ਮਾਤ ਦਿਏ ਇਹੋ। ਮਾਤਾ ਜੀ ਨੇ ਉਸ ਵੇਲੇ ਬੜੇ ਦੁਖੀ ਮਨ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੱਸ ਰਹੇ ਆ ਗੁਰੂ ਕੇ ਸਿੱਖਾਂ ਨੂੰ ਕਿ ਮਾਤਾ ਜੀ ਨੇ ਫਿਰ ਸਾਨੂੰ ਹੁਕਮ ਸੁਣਾਇਆ ਹੈ। ਤੁਮ ਤਹ ਜਾਹੋ ਸਰਬ ਸੁਧ ਲੇਹੋ। ਬਾਬਾ ਜੀ ਕਹਿਣ ਲੱਗੇ ਮਾਤ ਗੰਗਾ ਜੀ ਨੇ ਫਿਰ ਸਾਨੂੰ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗਵਾਲੀਅਰ ਜਾਓ ਤੇ ਉਥੋਂ ਦੀ ਜਾ ਕੇ ਸਾਰੀ ਖਬਰਸਾਰ ਉਹਨੂੰ ਚੰਗੀ ਤਰ੍ਹਾਂ ਲੈਣੀ ਕਰੋ। ਬਨਹੁ ਸਹਾਇਕ ਸ਼ੀਗਰ ਕਰੀਜਹਿ। ਜਿੰਨਾ ਵੀ ਹੋ ਸਕੇ ਯਤਨ ਕੀਤਾ ਜਾਏ, ਰਤਾ ਵੀ ਢਿੱਲ ਨਾ ਲਾਈ ਜਾਏ
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਾਸਤੇ ਸਹਾਇਕ ਬਣੋ। ਠਾਨ ਹੋ ਜਤਨ ਦੁਰਗ ਨਿਕਸੀਜੈ। ਬਹੁਤ ਯਤਨ ਕੀਤੇ ਜਾਣ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਉਣ ਵਾਸਤੇ ਬੇਨਤੀ ਕੀਤੀ ਜਾਏ। ਐਸ ਸੇਵਾ ਹਿਤ ਮੈਂ ਚੱਲ ਆਇਓ। ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਗੁਰੂ ਕੇ ਸਿੱਖੋ, ਬਸ ਇਸ ਸੇਵਾ ਦੇ ਵਾਸਤੇ ਹੀ ਮੈਨੂੰ ਮਾਤਾ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਭੇਜਿਆ ਕਿ ਰਤਾ ਵੀ ਢਿੱਲ ਨਹੀਂ ਲਾਉਣੀ ਤੇ ਪੂਰੇ ਯਤਨ ਕੀਤੇ ਜਾਣ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਏ ਵੀ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਉਣਾ ਹੈ। ਮਾਤ ਬਾਕ ਕੋ ਨਹੀਂ ਉਲਟਾਇਓ। ਕਹਿਣ ਲੱਗੇ, ਮਾਤਾ ਜੀ ਦਾ ਬੋਲਿਆ ਹੋਇਆ ਬਚਨ ਉਹਨੂੰ ਵਾਪਸ ਕਿਵੇਂ ਕੀਤਾ ਜਾਏ। ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਗੁਰੂ ਕੇ ਸਿੱਖੋ, ਮਾਤਾ ਜੀ ਦੇ ਬਚਨ ਕੀਤਾ, ਉਹਨੂੰ ਸਤ ਬਚਨ ਹੀ ਕਹਿਣਾ ਬਣਦਾ ਹੈ, ਉਹਨੂੰ ਉਲਟਾਇਆ ਨਹੀਂ ਜਾਇਆ ਸਕਦਾ ਹੈ। ਸੁਣ ਭਾਈ ਜੇਠਾ ਬੋਲਿਓ ਤੁਮ ਸਿਆਣੇ। ਭਾਈ ਜੇਠਾ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਇਹ ਬਚਨ ਸੁਣੇ ਤੇ ਕਹਿਣ ਲੱਗੇ, ਬਾਬਾ ਜੀ ਤੁਸੀਂ ਬਹੁਤ ਹੀ ਸਿਆਣੇ ਹੋ। ਉਚਤ ਉਪਾਉ ਕੌਣ ਆ ਬਠਾਨੇ। ਕਹਿਣ ਲੱਗੇ, ਹੁਣੇ ਹੀ ਉਚਿਤ ਉਪਾਅ ਸਾਨੂੰ ਕਰਨਾ ਚਾਹੀਦਾ ਹੈ। ਤੇ ਕੌਣ ਇਹੋ ਜਿਹਾ ਕਰਮ ਕਰੇਗਾ। ਨਿਜ ਸੰਵਾਦ ਸੁਨਾਏ ਸੋ ਦੀਨਾ। ਕਹਿਣ ਲੱਗੇ, ਅਸੀਂ ਤਾਂ ਇਸੇ ਹੀ ਵਿਚਾਰ ਦੇ ਵਿੱਚ ਪਏ ਸਾਂ ਆਪਸ ਵਿੱਚ ਤੁਹਾਡੇ ਆਉਣ ਤੋਂ ਪਹਿਲਾਂ। ਕਹਿਣ ਲੱਗੇ, ਬਾਬਾ ਜੀ ਇਹੀ ਬਚਨ ਕਰਦੇ ਸਾਂ, ਤੁਸੀਂ ਮੇਰੀ ਨਿੱਜੀ ਰਾਏ, ਮੈਂ ਵੀ ਇਹੀ ਚਾਹੁੰਦਾ ਹਾਂ, ਇਹਦੇ ਵਾਸਤੇ ਸਾਨੂੰ ਥੋੜ੍ਹੀ ਤਾਕਤ ਵੀ ਵਰਤਣੀ ਚਾਹੀਦੀ ਹੈ। ਮੈਂ ਪਹਿਲਾਂ ਵੀ ਇਹੋ ਬੇਨਤੀ ਕਰਦਾ ਸਾਂ, ਮੇਰਾ ਨਿੱਜ ਸੰਵਾਦ ਇਹੀ ਆ ਜੋ ਆਪ ਜੀ ਨੇ ਸੁਣਾ ਦਿੱਤਾ ਹੈ। ਤੁਮ ਆਗੇ ਹਮ ਕੈਸੇ ਕੀਨਾ। ਅਸੀਂ ਤੁਹਾਡੇ ਅੱਗੇ ਮਹਾਰਾਜ ਕੋਈ ਬਚਨ ਕਿਵੇਂ ਕਰ ਸਕਦੇ ਹਾਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੂੰ ਅਸੀਂ ਕਿਵੇਂ ਕਹਿ ਸਕਦੇ ਹਾਂ। ਇੰਨੀਆਂ ਵੱਡੀਆਂ ਸ਼ਕਤੀਆਂ ਦੇ ਉਹ ਮਾਲਕ ਆ। ਹੁਣ ਤੁਸੀਂ ਆ ਗਏ ਜੇ ਤੇ ਕਹਿਣ ਲੱਗੇ, ਬਹੁਤ ਹੀ ਚੰਗਾ ਹੋਇਆ ਹੈ। ਨਹੀਂ ਅਰ ਜਾਏ ਗੁਰੂ ਤੇ ਲੀਨੇ। ਕਹਿਣ ਲੱਗੇ ਵੀ ਅਸੀਂ ਤਾਂ ਸਤਿਗੁਰਾਂ ਤੋਂ ਆਗਿਆ ਨਹੀਂ ਲੈ ਸਕਦੇ ਬਾਬਾ ਬੁੱਢਾ ਸਾਹਿਬ, ਕਿਉਂਕਿ ਗੁਰੂ ਸਾਹਿਬ ਜੀ ਬਹੁਤ ਵੱਡੀ ਅਜ਼ਮਤ ਵਾਲੇ ਹਨ। ਜਾਤੇ ਮਸਲਤ ਪੀ ਸਭ ਹੀਨੇ। ਉਹਨਾਂ ਦੀ ਮਸਲ ਤੋਂ ਬਿਨਾ ਅਸੀਂ ਜਿੰਨੀਆਂ ਵੀ ਗੱਲਾਂ ਕਰੀਏ ਨਿਸਫਲ ਆ। ਸਾਡੀਆਂ ਗੱਲਾਂ ਕਿਸੇ ਵੀ ਕੰਮ ਨਹੀਂ, ਭਾਵੇਂ ਕਿੰਨੀਆਂ ਵੀ ਸਲਾਹਾਂ ਕਰ ਲਈਏ। ਜਿੰਨਾ ਚਿਰ ਤੱਕ ਸਤਿਗੁਰੂ ਜੀ ਆਗਿਆ ਨਹੀਂ ਦਿੰਦੇ, ਉਹਨਾਂ ਚਿਰ ਤੱਕ ਸਾਡੀਆਂ ਸਾਰੀਆਂ ਗੱਲਾਂ ਬੇਫਜ਼ੂਲ ਹੀ ਹਨ। ਤੁਮ ਅਰ ਗੁਰ ਬਹਿ ਭੇਦ ਨ ਕੋ। ਭਾਈ ਜੇਠਾ ਸਾਹਿਬ ਜੀ ਨੇ ਆਖਿਆ, ਬਾਬਾ ਬੁੱਢਾ ਸਾਹਿਬ ਜੀ ਤੁਹਾਡੀ ਬਹੁਤ ਵੱਡੀ ਹਸਤੀ ਆ, ਤੁਸੀਂ ਸਤਿਗੁਰਾਂ ਦੇ ਕੋਲ ਬਚਨ ਕਰ ਸਕਦੇ ਜੇ, ਤੁਹਾਡੀ ਸੇਵਾ ਸਿਮਰਨ ਕਮਾਈ ਬਹੁਤ ਵੱਡੀ ਹੈ। ਆਪ ਕਹੋ ਹਮ ਠਾਨਹਿ ਸੋ। ਕਹਿਣ ਲੱਗੇ, ਤੁਸੀਂ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰੋ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ, ਤੇ ਬਹੁਤ ਹੀ ਚੰਗਾ ਹੋਵੇਗਾ। ਅਸੀਂ ਤੁਹਾਡੇ ਚਰਨਾਂ ਵਿੱਚ ਹਰ ਪੱਖ ਤੋਂ ਖੜੇ ਹਾਂ। ਬਿਨ ਅਜਮਤ ਹੋਏ ਨਾ ਛੁਟਕਾਰਾ। ਹੁਣ ਸਾਨੂੰ ਥੋੜਾ ਜਿਹਾ ਇਸ ਵਾਸਤੇ ਕਰੜਾਈ ਕਰਨੀ ਪਵੇਗੀ। ਸਾਨੂੰ ਥੋੜਾ ਜਿਹਾ ਕੁਛ ਨਾ ਕੁਛ ਆਪਣਾ ਆਪ ਦਿਖਾਉਣਾ ਪਵੇਗਾ, ਆਪਣੀ ਤਾਕਤ ਵੀ ਵਰਤਣੀ ਪਵੇਗੀ, ਆਪਣੀ ਅਜ਼ਮਤ, ਆਪਣੀ ਕਰਾਮਾਤ, ਗੁਰੂ ਕੇ ਸਿੱਖਾਂ ਨੂੰ ਇਹਦੇ ਵਾਸਤੇ ਵੀ ਜ਼ੋਰ ਲਾਉਣਾ ਪਵੇਗਾ। ਪਰਿਓ ਵਿਗਨ ਅਸਲਿਓ ਵਿਚਾਰਾ। ਨਹੀਂ ਤੇ ਫਿਰ ਵਿਘਨ ਪੈਂਦੇ ਜਾਣੇ ਆ। ਜਿਵੇਂ ਚੰਦੂ ਵਿਘਨ ਪਾ ਰਿਹਾ, ਉਹਦੇ ਸਲਾਹਕਾਰ ਵਿਘਨ ਪਾ ਰਹੇ ਆ। ਜੇ ਅਸੀਂ ਨਾ ਯਤਨ ਕੋਈ ਕੀਤਾ ਤੇ ਵਿਘਨ ਪੈਂਦੇ ਜਾਣਗੇ। ਇਸ ਕਰਕੇ ਬਾਬਾ ਬੁੱਢਾ ਸਾਹਿਬ ਤੁਸੀਂ ਆ ਗਏ ਜੇ, ਤੇ ਗੁਰੂ ਸਾਹਿਬ ਜੀ ਦੇ ਨਾਲ ਤੁਸੀਂ ਕੋਈ ਬਚਨ ਕਰੋ। ਅਸੀਂ ਹਰ ਪੱਖ ਤੋਂ
ਜਿਵੇਂ ਵੀ ਸਤਿਗੁਰਾਂ ਦਾ ਹੁਕਮ ਹੋਵੇਗਾ ਉਸੇ ਢੰਗ ਦੇ ਨਾਲ ਅਸੀਂ ਹਰੇਕ ਕਾਰਜ ਕਰਨ ਵਾਸਤੇ ਤਿਆਰ ਹਾਂ। ਸਾਨੂੰ ਕਿਸੇ ਬਾਦਸ਼ਾਹ ਦਾ ਕੋਈ ਡਰ ਨਹੀਂ ਔਰ ਕਿਸੇ ਮਨੁੱਖ ਦਾ ਕੋਈ ਡਰ ਭੈ ਨਹੀਂ। ਜੇ ਹੈ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਬਸ ਉਹਨਾਂ ਦੀ ਰਜ਼ਾ ਚਾਹੀਦੀ ਹੈ, ਉਹਨਾਂ ਦਾ ਹੁਕਮ ਚਾਹੀਦਾ ਹੈ। ਇਹ ਗਵਾਲੀਅਰ ਦਾ ਕਿਲ੍ਹਾ ਸਾਨੂੰ ਕਿਵੇਂ ਰੋਕ ਸਕਦਾ ਹੈ? ਇਹ ਗੁਰੂ ਕੇ ਸਿੱਖਾਂ ਨੇ, ਭਾਈ ਜੇਠਾ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਬਚਨ ਕੀਤਾ। ਫਿਰ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਿਵੇਂ ਮਿਲਦੇ ਹੈ ਤੇ ਕਿਵੇਂ ਭਾਈ ਜੇਠਾ ਸਾਹਿਬ ਜੀ, ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਬਾਦਸ਼ਾਹ ਨੇ ਸੌਣਾ ਤੇ ਭਾਈ ਜੇਠਾ ਸਾਹਿਬ ਜੀ ਨੇ ਸ਼ੇਰ ਰੂਪ ਵਿੱਚ ਉਹਦੀ ਛਾਤੀ ਉੱਤੇ ਚੜ੍ਹਨਾ ਔਰ ਬਰੜਾ ਕੇ ਉੱਠੇਗਾ। ਉਹਦੀਆਂ ਚੀਕਾਂ ਨਿਕਲਦੀਆਂ ਨੇ, ਸੁੱਤਾ ਨਹੀਂ ਜਾਂਦਾ। ਇੰਨਾ ਡਰ ਤੇ ਵਿਆਕਲ ਜਾਂਦਾ ਵੀ ਉਹ ਤਰਲੇ ਮਾਰਦਾ ਵੀ ਮੇਰੀ ਜਾਨ ਬਚ ਜਾਏ। ਭਾਈ ਜੇਠਾ ਸਾਹਿਬ ਜੀ ਨੇ ਬਾਦਸ਼ਾਹ ਨੂੰ ਫਿਰ ਇਸੇ ਤਰ੍ਹਾਂ ਆਪਣੀ ਅਜ਼ਮਤ ਦੇ ਰਾਹੀਂ, ਆਪਣੀ ਤਾਕਤ ਦੇ ਰਾਹੀਂ ਮਨ ਉਹਦੀਆਂ ਜੜ੍ਹਾਂ ਹਿਲਾ ਦੇਣੀਆਂ ਨੇ ਔਰ ਫਿਰ ਬਾਦਸ਼ਾਹ ਦੀਆਂ ਜਦੋਂ ਚਾਂਗਰਾਂ ਨਿਕਲਣੀਆਂ ਨੇ ਤੇ ਗੁਰੂ ਸਾਹਿਬ ਜੀ ਦੇ ਕੋਲ ਉਹਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਆਉਣ ਵਾਸਤੇ ਬੇਨਤੀ ਕਰਨੀ ਆ। ਇਹ ਪ੍ਰਸੰਗ ਆਪਾਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵਿਚਾਰਾਂਗੇ। ਹੋਈਆਂ ਪੁੱਲਾਂ